ਆਪਣਾ ਕੁਐਸਚਨ ਇਹ ਆ ਕਿ ਮਾਈਕ ਜਿਹੜਾ ਵਾ ਉਹਦੇ ਵਿੱਚ ਆਪਾਂ ਨੂੰ ਕੀ ਦੇਖ ਕੇ ਮਾਈਕ ਲੈਣਾ ਚਾਹੀਦਾ ਵਾ, ਮਤਲਬ ਕੀ ਹਰੇਕ ਮਾਈਕ ਦਾ ਕੀ ਆਪਣਾ ਖਾਸ ਹੁੰਦਾ ਵਾ, ਕਿਉਂਕਿ ਰੇਂਜ ਹਰੇਕ ਦੀ ਅਲੱਗ-ਅਲੱਗ ਆ, ਜਾਂ ਕਿਸੇ ਚ ਮੋਡਸ ਅਲੱਗ-ਅਲੱਗ ਨੇ, ਜਿਵੇਂ ਰਿੰਗ ਵਾਲਾ ਹੋ ਗਿਆ, ਇੱਕ ਹਾਰਟ ਟਾਈਪ ਹੋ ਗਿਆ ਨਾ। ਹਾਂ ਸੋ 2-3 ਕੁਐਸਚਨਸ ਤੁਹਾਡੇ ਹੈਗੇ ਇਹਦੇ ਵਿੱਚ, ਹੈ ਨਾ। ਇੱਕ ਕੁਐਸਚਨ ਦੇ ਵਿੱਚ 2-3 ਪਾਰਟਸ ਨਾਲ ਮੈਨੂੰ ਆਨਸਰ ਕਰਾਂਗਾ। ਪਹਿਲੀ ਚੀਜ਼ ਹੈ ਕਿ ਮਾਈਕਰੋਫੋਨ ਕਿਹੜਾ ਲੈਣਾ, ਇਟ ਡਿਪੈਂਡਸ ਅਪਨ ਅ ਕਪਲ ਆਫ ਥਿੰਗਸ। ਪਹਿਲੀ ਗੱਲ, ਸਭ ਤੋਂ ਮੇਨ ਜਿਹੜੀ ਚੀਜ਼ ਆ ਕਿ ਯੂਜ਼ ਕਦੇ ਲਈ ਹੋਣਾ, ਠੀਕ ਹੈ। ਜੇ ਹੁਣ ਆਪਾਂ ਨਾਰਮਲੀ ਗੱਲ ਕਰੀਏ, ਹੈ ਨਾ, ਸੋ ਆਪਣੇ ਕੋਲੇ ਮੇਨ ਤੌਰ ਤੇ ਤਿੰਨ ਆਪਾਂ ਕੰਸੀਡਰ ਕਰ ਸਕਦੇ ਹਾਂ ਕਿ 3 ਮੇਨ ਮਾਈਕਰੋਫੋਨਸ ਆ ਜਿਹੜੇ ਅੱਜ ਕੱਲ੍ਹ ਦੇ ਸਿਨੈਰੀਓ 'ਚ ਆਪਣੇ ਯੂਜ਼ ਹੁੰਦੇ ਆ ਮੇਨਲੀ, ਮੋਟੇ ਤੌਰ ਤੇ, ਹੈ ਨਾ। which is a dynamic microphone, a condenser microphone, and a Riven microphone. Riven microphone बहुत घट use होता, so we are going to talk mainly about these 2 microphones, which is a dynamic microphone and a condenser microphone. ठीक है जी। ਹੁਣ ਇਹਦੇ ਵਿੱਚ ਵੀ ਨਾ ਅੱਗੇ ਡਿਵਾਈਡ ਹੋ ਜਾਂਦੀ ਚੀਜ਼ਾਂ, ਇਹ ਤਾਂ ਹੈਗੀਆਂ, ਇਹਦਾ ਨੇਚਰ ਆ, ਹੈ ਨਾ। ਡਾਇਨਾਮਿਕ ਤੇ ਕੰਡੈਂਸਰ ਟਾਈਪਸ ਆਫ ਮਾਈਕਰੋਫੋਨ ਆ। ਹੁਣ ਇਹਦੇ ਅੱਗੇ ਹੋਰ ਦੀ ਹੋਰ ਕੈਟੇਗਰੀਜ਼ ਆ ਜਾਂਦੀਆਂ। ਫੋਰ ਐਗਜ਼ਾਮਪਲ ਕਾਲਰ ਮਾਈਕ ਦੇਖੇ ਹੋਣੇ ਤੁਸੀਂ, ਲੈਪੀਅਰ ਮਾਈਕਰੋਫੋਨ ਜਿਹਨੂੰ ਆਪਾਂ ਕਹਿੰਦੇ ਆ, ਹੈ ਨਾ। ਇਹ ਕੰਡੈਂਸਰ ਮਾਈਕਰੋਫੋਨ ਹੋ ਸਕਦੇ ਆ, ਠੀਕ ਹੈ। ਦੈਨ ਯੂ ਹੈਵ ਸੀਨ, ਉਹ ਇੱਕ ਨਾ ਜਦੋਂ ਵੀਡੀਓ ਸ਼ੂਟ ਹੁੰਦੇ ਆ ਤੇ ਡੰਡੇ ਤੇ ਨਾ ਇੱਕ ਮਾਈਕਰੋਫੋਨ ਲੱਗਿਆ ਹੁੰਦਾ ਐ ਕਰਕੇ ਥੱਲੇ ਜੇ ਕਰਕੇ, ਜਾਂ ਫਿਰ ਕਈ ਵਾਰੀ ਕੈਮਰੇਜ਼ ਨਾਲ ਵੀ ਇੱਕ ਲੰਬਾ ਜਿਹਾ ਮਾਈਕਰੋਫੋਨ ਲੱਗਿਆ ਹੁੰਦਾ, ਉਹਨੂੰ ਕਹਿੰਦੇ ਸ਼ਾਟਗਨ ਮਾਈਕਰੋਫੋਨ। ਨਾਰਮਲੀ ਉਹ ਵੀ ਕੰਡੈਂਸਰ ਮਾਈਕਰੋਫੋਨਸ ਹੁੰਦੇ ਆ, ਠੀਕ ਹੈ। ਹੁਣ ਕੰਡੈਂਸਰ ਦਾ ਡਾਇਨਾਮਿਕਸ ਫਰਕ ਕੀ ਆ, ਬੇਸਿਕਲੀ ਟੈਕਨੋਲੋਜੀ ਦਾ, ਜਿਸ ਹਿਸਾਬ ਨਾਲ ਉਹ ਕੰਮ ਕਰਦੇ ਆ, ਉਹ ਬੇਸਿਕਲੀ ਉਸ ਹਿਸਾਬ ਨਾਲ ਆਪਾਂ ਕਹਿ ਦਿੰਦੇ ਕਿ ਇਹ ਡਾਇਨਾਮਿਕ ਮਾਈਕਰੋਫੋਨ ਆ ਜਾਂ ਇਹ ਕੰਡੈਂਸਰ ਮਾਈਕਰੋਫੋਨ ਆ, ਠੀਕ ਹੈ। ਹੁੰਦਾ ਕੀ ਆ, ਇੱਕ ਡਾਇਨਾਮਿਕ ਮਾਈਕਰੋਫੋਨ ਦੇ ਵਿੱਚ ਬੇਸਿਕਲੀ ਪਲੇਟ ਲੱਗੀ ਹੁੰਦੀ ਆ, ਥੱਲੇ ਉਹਦੀਆਂ ਲੱਗੀਆਂ ਹੁੰਦੀ ਤਾਰਾਂ। ਜਦੋਂ ਆਪਾਂ ਕੁਝ ਬੋਲਦੇ ਆ ਜਾਂ ਕੋਈ ਸਿਗਨਲ ਡਾਇਨਾਮਿਕ ਮਾਈਕਰੋਫੋਨ ਦੇ ਵਿੱਚ ਜਾਂਦਾ, ਉਹਦੇ ਉੱਪਰ ਇੱਕ ਪਲੇਟ ਲੱਗੀ ਹੁੰਦੀ ਆ ਜਿਹੜੀ ਵਾਈਬ੍ਰੇਟ ਕਰਦੀ ਆ, ਠੀਕ ਹੈ। ਇੱਕ ਪਲੇਟ ਦੇ ਉੱਪਰ ਜਦੋਂ ਆਪਾਂ ਪ੍ਰੈਸ਼ਰ ਪਾਉਂਦੇ ਆ, ਉਹ ਵਾਈਬ੍ਰੇਟ ਕਰਦੀ ਹੈ। ਜਦੋਂ ਵਾਈਬ੍ਰੇਟ ਕਰਦੀ ਹੈ ਨਾ, ਉਹ ਇੱਕ ਚਾਰਜ ਇੰਡਿਊਸ ਕਰਦੀ ਹੈ, ਜਾਂ ਇੱਕ ਕਹਿ ਲਓ ਕਿ ਉਹ ਜਿਹੜੀ ਪਲੇਟ ਦੇ ਨਾਲ ਇੱਕ ਸਿਗਨਲ ਜਾਂਦਾ, ਜਿਹੜਾ ਕਿ ਜਨਰੇਟ ਕਰਦਾ ਅੱਗੇ ਦਾ ਤੁਹਾਡਾ ਜੋ ਵੀ ਤੁਹਾਡਾ ਸਿਗਨਲ ਆ, ਵੋਕਲ ਆ ਜਾਂ ਫਲੂਟਸ ਆ ਜਾਂ ਡਰਮਸ ਆ ਜਾਂ ਕਿੱਕ ਆ, ਵਾਟ ਐਵਰ ਇਟ ਇਜ਼, ਉਹ ਬੇਸਿਕਲੀ ਉਸ ਹਿਸਾਬ ਨਾਲ ਉਹ ਚੀਜ਼ ਕੰਮ ਕਰ ਰਹੀ ਹੈ। ਇੱਕ ਪ੍ਰੈਸ਼ਰ ਪਿਆ ਪਲੇਟ ਦੇ ਉੱਪਰ, ਉਹ ਪਲੇਟ ਨੇ ਸਿਗਨਲ ਜਨਰੇਟ ਕੀਤਾ। ਦਿਸ ਇਜ਼ ਅ ਡਾਇਨਾਮਿਕ ਮਾਈਕਰੋਫੋਨ, ਐਜ਼ ਸਿੰਪਲ ਐਜ਼ ਦੈਟ। ਮਕੈਨੀਕਲੀ ਕੰਮ ਕਰਦਾ ਇਸ ਹਿਸਾਬ ਦੇ ਨਾਲ, ਠੀਕ ਹੈ। ਕੰਡੈਂਸਰ ਮਾਈਕਰੋਫੋਨ ਦੀ ਜੇ ਆਪਾਂ ਗੱਲ ਕਰੀਏ, ਕੰਡੈਂਸਰ ਮਾਈਕਰੋਫੋਨ ਕਿਸ ਹਿਸਾਬ ਨਾਲ ਕੰਮ ਕਰਦਾ ਕਿ ਜੇ ਮੈਂ ਇੱਥੇ ਕੁਝ ਬੋਲ ਰਿਹਾ ਨਾ, ਇੱਕ ਇਹਦੇ ਵਿੱਚ ਇੱਕ ਮੈਗਨੇਟ ਲੱਗੀ ਹੋਈ ਆ, ਠੀਕ ਹੈ। ਜੋ ਮੈਂ ਬੋਲ ਰਿਹਾ, ਇਹਦੀ ਬੈਕ ਸਾਈਡ ਤੇ ਚਾਰਜ ਇੰਡਿਊਸ ਹੁੰਦਾ, ਕੰਡੈਂਸਰ ਕੈਪਸੂਲ ਹੁੰਦੇ ਅੰਦਰ, ਸੋ ਉਹ ਚਾਰਜ ਇੰਡਿਊਸ ਕਰ ਦਿੰਦਾ ਉਹਦੇ ਨਾਲ, ਉਹ ਜਾਂਦਾ ਆਪਣਾ ਸਿਗਨਲ, ਫਿਰ ਆਡੀਓ ਇੰਟਰਫੇਸ ਦੇ ਵਿੱਚ, ਫਿਰ ਕਨਵਰਟਰ ਵਿੱਚ ਜਾਂਦਾ, ਫਿਰ ਆਪਣੇ ਪੀਸੀ ਜਾਂ ਮੈਕ ਦੇ ਵਿੱਚ ਜਾਂ ਡੋ ਦੇ ਵਿੱਚ ਜਾਂਦਾ, ਫਿਰ ਆਪਾਂ ਉੱਥੋਂ ਰਿਕਾਰਡ ਕਰ ਪਾਉਂਦੇ। ਇਹ ਬੇਸਿਕਲੀ ਵਰਕਿੰਗ ਹੈ ਇਹਦੀ, ਠੀਕ ਹੈ। ਹੁਣ ਯੂ ਹੈਵ ਟੂ ਡਿਟਰਮਾਈਨ ਕਿ ਤੁਹਾਨੂੰ ਕਿਹੋ ਜਿਹਾ ਮਾਈਕਰੋਫੋਨ ਚਾਹੀਦਾ ਤੁਹਾਡੀ ਰਿਕੁਆਇਰਮੈਂਟ ਵਾਸਤੇ, ਠੀਕ ਹੈ। ਡਾਇਨਾਮਿਕ ਮਾਈਕਰੋਫੋਨਸ ਸਿਰਫ ਉਦੋਂ ਯੂਜ਼ ਹੁੰਦੇ ਜਦੋਂ ਤੁਹਾਡਾ ਪ੍ਰੈਸ਼ਰ ਬਹੁਤ ਜ਼ਿਆਦਾ ਆ, ਸਿਗਨਲ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਆ। ਉਹ ਕਿੰਨਾ ਚ ਹੁੰਦਾ, ਮੇਬੀ ਢੋਲ ਦੇ ਵਿੱਚ ਹੋਏਗਾ, ਮੇਬੀ ਤਬਲੇ ਚ ਹੋਏਗਾ, ਮੇਬੀ ਪ੍ਰੀਕਸ਼ਨ ਵਾਲੇ ਜਿਹੜੇ ਐਲੀਮੈਂਟਸ ਨੇ ਨਾ ਜ਼ਿਆਦਾ, ਜਿਹਦੇ ਵਿੱਚ ਬਹੁਤ ਹਾਰਡ ਸਿਗਨਲ ਆ ਬੇਸਿਕਲੀ, ਉਹਦੇ ਵਿੱਚ ਤੁਸੀਂ ਯੂਜ਼ ਕਰੋਗੇ ਡਾਇਨਾਮਿਕ ਮਾਈਕਰੋਫੋਨਸ। ਜਾਂ ਜਦੋਂ ਤੁਸੀਂ ਲਾਈਵ ਦੇ ਵਿੱਚ ਹੈਗੇ ਹੋ, ਜੇ ਤੁਸੀਂ ਲਾਈਵ ਗਾ ਰਹੇ ਹੋ ਜਾਂ ਤੁਸੀਂ ਕੋਈ ਸਪੀਚ ਦੇ ਰਹੇ ਹੋ, ਉਸ ਕੇਸ ਦੇ ਵਿੱਚ ਤੁਸੀਂ ਡਾਇਨਾਮਿਕ ਮਾਈਕਰੋਫੋਨ ਯੂਜ਼ ਕਰੋਗੇ, ਬਿਕਾਜ਼ ਕੰਡੈਂਸਰ ਮਾਈਕਰੋਫੋਨਸ ਬਹੁਤ ਹੀ ਜ਼ਿਆਦਾ ਸੈਂਸਿਟਿਵ ਹੁੰਦੇ ਨੇ, ਠੀਕ ਹੈ। ਕੰਡੈਂਸਰ ਮਾਈਕਰੋਫੋਨ ਤੁਸੀਂ ਲਾਈਵ ਸਟੇਜ ਤੇ ਯੂਜ਼ ਕਰ ਸਕਦੇ ਹੋ, ਪਰ ਆਲੇ ਦੁਆਲੇ ਦੀ ਸਾਊਂਡ ਬਹੁਤ ਜ਼ਿਆਦਾ ਚੱਕੇਗੀ, ਉਹ ਜਿਹੜਾ ਸਿਗਨਲ ਬਹੁਤ ਚੱਕੇਗਾ। ਹੋਏਗਾ ਕਿ ਤੁਸੀਂ ਸ਼ਾਇਦ ਕਦੀ ਸੁਣੀ ਹੋਵੇ, ਇੱਕ ਨਾ ਕੋਈ ਲਾਈਵ ਫੈਸਟੀਵਲ ਹੋਵੇ, ਲਾਈਵ ਇਵੈਂਟ ਹੋਵੇ, ਗੁਰਦੁਆਰੇ ਚ ਗਏ ਹੋਵੋ, ਮੰਦਿਰ ਚ ਗਏ ਹੋਵੋ, ਉੱਥੇ ਨਾ ਬੜੀ ਵਾਰੀ ਉਹ ਚੀਜ਼ ਰਿਪੀਟ ਹੁੰਦੀ ਰਹਿੰਦੀ ਆ, ਮਾਈਕ ਤੋਂ ਸਪੀਕਰ, ਮਾਈਕ ਤੋਂ ਸਪੀਕਰ, ਮਾਈਕ ਤੋਂ ਸਪੀਕਰ, ਹੈ ਨਾ। ਆਵਾਜ਼ ਤਿੱਖੀ ਜਿਹੀ ਆਵਾਜ਼ ਕੰਨ ਨੂੰ ਵੀ ਪੈਂਦੀ ਹੈ ਫਿਰ ਕਈ ਵਾਰੀ। ਉਹਨੂੰ ਕਹਿੰਦੇ ਹਾਲ ਅਰਾਊਂਡ। ਉਹ ਹਾਲ ਅਰਾਊਂਡ ਹੁੰਦਾ ਕੀ ਆ ਕਿ ਤੁਸੀਂ ਕੁਝ ਬੋਲਿਆ, ਲੈਵਲ ਜ਼ਿਆਦਾ ਆ ਮਾਈਕਰੋਫੋਨ ਦਾ ਜਾਂ ਸਪੀਕਰ ਦਾ ਜ਼ਿਆਦਾ ਆ, ਸਪੀਕਰ ਵਾਲੀ ਆਵਾਜ਼, ਤੁਸੀਂ ਕੁਝ ਬੋਲਿਆ, ਸਪੀਕਰ ਵਾਲੀ ਆਵਾਜ਼ ਆਈ ਮਾਈਕਰੋਫੋਨ ਦੇ ਵਿੱਚ, ਉਹ ਸਿਗਨਲ ਵਾਪਸ ਰਿਪੀਟ ਹੋ ਗਿਆ, ਕਰਦੇ ਕਰਾਂਦੇ ਫਿਰ ਦੁਬਾਰਾ ਉਸ ਸਪੀਕਰ ਚੋਂ ਨਿਕਲਿਆ, ਫਿਰ ਉਹ ਕੈਚ ਕਰ ਗਿਆ, ਫਿਰ ਸਪੀਕਰ ਚੋਂ ਨਿਕਲਿਆ, ਫਿਰ ਉਹ ਕੈਚ ਕਰ ਗਿਆ, ਕਰਦੇ ਕਰਾਂਦੇ ਤੁਹਾਡਾ ਇੱਕ ਬੜੀ ਵੱਡੀ ਫੀਡਬੈਕ ਲੂਪ ਤਿਆਰ ਹੋ ਜਾਂਦੀ ਇਹਦੇ ਵਿੱਚ, ਉਹ ਡਿਸਟੋਰਟ ਕਰਦੀ, ਚੀਕਾਂ ਮਾਰਦੀ ਫਿਰ ਉਹ ਚੀਜ਼, ਹੈ ਨਾ। ਸੋ ਕੰਡੈਂਸਰ ਮਾਈਕਰੋਫੋਨ ਜੇ ਸਟੇਜ ਦੇ ਵਿੱਚ ਹੋਏਗਾ ਤਾਂ ਉਹਦੇ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਆ, ਠੀਕ ਹੈ। ਪਲੱਸ ਜੇ ਤੁਸੀਂ ਲਾਈਵ ਸਟੇਜ ਦੇ ਵਿੱਚ ਇੱਕ ਲਾਈਵ ਪਰਫਾਰਮੈਂਸ ਕਦੀ ਮੋਨੀਟਰ ਕੀਤੀ ਹੋਵੇ, ਯੂ ਵਿਲ ਸੀ ਕਿ ਪਿੱਛੇ ਇੱਕ ਬੰਦਾ ਆਡੀਓ ਇੰਜੀਨੀਅਰ ਖੜਿਆ ਹੁੰਦਾ, ਜਿਹੜਾ ਕਿ ਸਾਰਾ ਕੁਝ ਮੈਨੇਜ ਕਰਦਾ ਵੱਡੇ ਜਿਹੇ ਮਿਕਸਰ ਦੇ ਉੱਪਰ, ਇੱਕ ਕੰਸੋਲ ਲੱਗਿਆ ਹੁੰਦਾ, ਹੈ ਨਾ। ਕੰਸੋਲ ਦੇ ਵਿੱਚ ਇੱਕ ਬੰਦਾ ਖੜ ਕੇ ਸਾਰਾ ਕੁਝ ਲੈਵਲ ਸੈੱਟ ਕਰਦਾ ਹੁੰਦਾ। ਤਾਂ ਉਹ ਬੇਸਿਕਲੀ ਹਰ ਇੱਕ ਮਿਊਜ਼ੀਸ਼ੀਅਨ ਨੂੰ ਸੈੱਟ ਕਰਦਾ ਹੁੰਦਾ ਤੇ ਚੈਨਲਸ ਨੂੰ, ਹੈ ਨਾ। ਹੁਣ ਜੇ ਇੱਥੇ ਕੰਡੈਂਸਰ ਮਾਈਕਰੋਫੋਨ ਆਪਾਂ ਹਰ ਇੱਕ ਤੇ ਲਾ ਦਈਏ ਨਾ, ਹਰ ਇੱਕ ਮਿਊਜ਼ੀਸ਼ੀਅਨ ਦੀ ਆਵਾਜ਼ ਹਰ ਇੱਕ ਦੇ ਵਿੱਚ ਵੱਜੀ ਜਾਊਗੀ, ਉਹ ਹਰ ਇੱਕ ਚੀਜ਼ ਕੈਚ ਕਰ ਲਏਗੀ ਉਹ ਚੀਜ਼।
That's one of the reasons why we don't use much of condenser microphones in a live stage setting. ठीक है? Once you have chose your microphone, condenser dynamic ਜਿਹੜਾ ਵੀ ਹੈਗਾ, the next step is to actually see ਕਿ ਤੁਹਾਡੀ requirement ਕੀ ਹੈ. If you are someone ਜਿਹੜਾ ਕਿ ਬੰਦਾ use ਕਰ ਰਿਹਾ ਹੈ, let's say vocal ਕਰ ਰਿਹਾ mainly, ਵੋਕਲ ਕਰ ਰਿਹਾ, ਗਿਟਾਰਸ ਕਦੇ ਕਦੇ ਕਰ ਲੈਂਦਾ, ਕਦੀ ਕਦੀ ਵੋਕਲ ਕਰ ਲੈਂਦਾ, ਜਾਂ ਕਦੀ ਕਦੀ ਤਬਲਾ ਵੀ ਕਰ ਲੈਂਦਾ, ਜਾਂ ਕੁਝ ਹੋਰ ਇਹੋ ਜਿਹੇ ਇੰਸਟਰੂਮੈਂਟਸ ਹੋ ਗਏ ਹਨਾ, ਕੋਈ ਹਾਈ ਇੰਟੈਂਸਿਟੀ ਸਾਊਂਡ ਤੁਸੀਂ ਨਹੀਂ ਰਿਕਾਰਡ ਕਰ ਰਹੇ, ਉਸ ਕੇਸ ਦੇ ਵਿੱਚ ਯੂ ਆਰ ਗੋਇੰ ਟੂ ਚੂਜ਼ ਅ ਕੰਡੈਂਸਰ ਮਾਈਕਰੋਫੋਨ. ਠੀਕ ਹੈ? ਔਰ ਈਵਨ ਜੇ ਤੁਸੀਂ ਯੂਜ਼ ਕਰ ਵੀ ਰਹੇ ਹੋ ਨਾ, ਵੱਡੇ ਇੰਟੈਂਸਿਟੀ ਵਾਲੇ ਵੀ ਯੂਜ਼ ਕਰ ਰਹੇ ਹੋ, ਢੋਲ ਵੀ ਯੂਜ਼ ਕਰ ਰਹੇ ਹੋ, ਡਰਮ ਕਿਟ ਵੀ ਯੂਜ਼ ਕਰ ਰਹੇ ਹੋ, ਈਵਨ ਇਨ ਦੈਟ ਕੇਸ ਯੂ ਵਿਲ ਐਕਚੁਅਲੀ ਯੂਜ਼ ਕੰਡੈਂਸਰ ਮਾਈਕਰੋਫੋਨਸ. ਉਹਦੀ ਸੈਟਿੰਗ ਅਲੱਗ ਹੁੰਦੀ ਆ. ਇਨ ਦੈਟ ਵੇ ਯੂ ਡੂ ਨਾਟ ਯੂਜ਼ ਇਟ ਡਾਇਰੈਕਟਲੀ ਟੂ ਬਿਲਕੁਲ ਕੋਡ ਜਾ ਕੇ ਨਹੀਂ ਰਿਕਾਰਡ ਕਰਦੇ, ਤੁਸੀਂ ਉੱਤੋਂ ਦੀ ਰਿਕਾਰਡ ਕਰਦੇ ਹੋ ਚੀਜ਼ ਨੂੰ, ਰੂਮ ਤੁਸੀਂ ਰਿਕਾਰਡ ਕਰਦੇ ਹੋ ਤਾਂ. ਸੋ ਵਾਟ ਹੈਪਨਸ ਇਜ਼ ਤੁਸੀਂ ਕੰਡੈਂਸਰ ਮਾਈਕਰੋਫੋਨ ਯੂਜ਼ ਕਰੋਗੇ ਮੋਸਟ ਆਫ ਦ ਕੇਸਿਸ ਦੇ ਵਿੱਚ, ਹੈ ਨਾ. ਡਾਇਨਾਮਿਕ ਮਾਈਕਰੋਫੋਨ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਸਟੂਡੀਓ এনवायरमेंट 'ਚ. ਹਰ ਇੱਕ ਮਾਈਕਰੋਫੋਨ ਦੇ ਵਿੱਚ ਨਾ ਇੱਕ ਪੋਲਰ ਪੈਟਰਨ ਹੁੰਦਾ. ਠੀਕ ਹੈ? ਪੋਲਰ ਪੈਟਰਨ ਕੀ ਹੁੰਦਾ? ਇਟ ਟੈਲਸ ਯੂ ਕਿ ਇਹ ਮਾਈਕਰੋਫੋਨ ਰਿਕਾਰਡ ਕਿੱਦਾਂ ਕਰੇਗਾ. ਜੇ ਤੁਸੀਂ ਦੇਖ ਪਾ ਰਹੇ ਹੋ ਇੱਥੇ ਤੁਹਾਡੇ ਰਾਈਟ ਹੈਂਡ ਸਾਈਡ ਤੇ ਨਾ ਗੋਲੇ ਬਣੇ ਹੋਏ ਆ, ਸਰਕਲਸ ਬਣੇ ਹੋਏ ਆ, 6 ਸਰਕਲ. ਠੀਕ ਹੈ? ਹਰ ਇੱਕ ਸਰਕਲ ਦੇ ਵਿੱਚ ਨਾ ਡਾਇਗਰਾਮਸ ਡਰਾ ਕੀਤੀਆਂ ਹੋਈਆਂ. ਜਿਹੜਾ ਪਹਿਲਾ ਸਰਕਲ ਹੈਗਾ, ਦਿਸ ਇਜ਼ ਯੋਰ 360 ਡਿਗਰੀ, ਸਾਰੀ ਸਪੇਸ ਪਈ ਹੈ, ਖਾਲੀ ਸਪੇਸ ਹੈ ਤੁਹਾਡੀ. ਠੀਕ ਹੈ? ਅਗਲੀ ਸਪੇਸ ਦੇ ਵਿੱਚ ਨਾ ਯੂ ਕੈਨ ਸੀ ਆ ਜਗ੍ਹਾ, ਜਿਵੇਂ ਆ ਪਲੇਨ ਹੈ, ਆ ਜਗ੍ਹਾ ਤੋਂ ਸ਼ੁਰੂ ਹੁੰਦਾ ਉੱਪਰ, ਫਿਰ ਆ ਜਗ੍ਹਾ ਤੋਂ ਜਾਂਦਾ ਥੱਲੇ. ਜੇ ਤੁਸੀਂ ਦੇਖੋ ਤਾਂ ਇਹ 8 ਨੰਬਰ 8 ਬਣ ਰਿਹਾ ਆਪਣਾ ਇੱਥੇ. ਹਾਂਜੀ, ਨੰਬਰ 8 ਹੈ ਨਾ, 8 ਨੰਬਰ ਬਣ ਰਿਹਾ ਆਪਣਾ ਇੱਥੇ. ਦਿਸ ਇਜ਼ ਕਾਲਡ ਫਿਗਰ ਆਫ 8. ਇਹਦਾ ਮਤਲਬ ਕੀ ਹੈ ਕਿ ਜੇ ਸੈਂਟਰ ਦੇ ਵਿੱਚ ਤੁਹਾਡਾ ਮਾਈਕਰੋਫੋਨ ਹੈਗਾ ਤਾਂ ਹੁਣ ਉਹ ਦੋ ਡਾਇਰੈਕਸ਼ਨਸ ਦੇ ਵਿੱਚੋਂ ਰਿਕਾਰਡ ਕਰ ਪਾ ਰਿਹਾ, ਇੱਕ ਫਰੰਟ ਤੋਂ ਤੇ ਇੱਕ ਬੈਕ ਤੋਂ. ਠੀਕ ਹੈ? ਮੈਂ ਤੁਹਾਨੂੰ ਆਪਣਾ ਮਾਈਕਰੋਫੋਨ ਦਿਖਾਣਾ, ਉਹਦੇ ਵਿੱਚ ਪੋਲਰ ਪੈਟਰਨਸ ਪਏ ਹੋਏ ਆ. ਸੋ ਇਨ ਦਿਸ ਮਾਈਕਰੋਫੋਨ ਯੂ ਕੈਨ ਸੀ ਇੱਥੇ ਨਾ ਤੁਹਾਡੇ ਕੋਲ ਨੌਬਸ ਲੱਗੀਆਂ ਹੋਈਆਂ ਆ ਜਗ੍ਹਾ ਤੇ. ਇੱਥੇ ਤੁਹਾਡੇ ਕੋਲ 3 ਫਿਗਰਸ ਬਣੀਆਂ ਹੋਈਆਂ. ਪਹਿਲੀ ਵਾਲੀ ਬਣੀ ਹੋਈ ਹੈ 8, ਜਿਹੜੇ ਆਪਾਂ ਹੁਣੇ ਦੇਖ ਕੇ ਹਟੇ ਆ. ਹਾਂਜੀ. ਸੋ ਆਈ ਕੈਨ ਐਕਚੁਅਲੀ ਸਵਿਚ ਇਟ ਫਰੋਮ ਹੇਅਰ. ਠੀਕ ਹੈ? ਸੋ ਇਹ ਹੁੰਦਾ ਕੀ ਹੈ ਕਿ ਨਾਓ ਦਿਸ ਪੋਲਰ ਪੈਟਰਨ ਵਿਲ ਡਿਟਰਮਾਈਨ ਕਿ ਰਿਕਾਰਡਿੰਗ ਕਿੱਦਾਂ ਹੋਏਗੀ. ਸੋ ਜੇ ਮੈਂ ਇੱਥੇ ਖੜ ਕੇ ਗਾ ਰਿਹਾ ਜਾਂ ਕੁਝ ਬੋਲ ਰਿਹਾ, ਮੇਰੇ ਸਾਹਮਣੇ ਵੀ ਕੋਈ ਹੋਰ ਬੰਦਾ ਹੈਗਾ, ਇਨ ਦੈਟ ਵੇ ਆਹ ਜਗ੍ਹਾ ਤੋਂ ਲੈ ਕੇ ਆਹ ਜਗ੍ਹਾ ਤੇ ਆਹ ਜਗ੍ਹਾ ਤੋਂ ਲੈ ਕੇ ਆਹ ਜਗ੍ਹਾ ਐ ਕਵਰ ਹੋਏਗੀ. ਸਾਈਡਸ ਨਹੀਂ ਰਿਕਾਰਡ ਹੋਣਗੀਆਂ, ਆਹ ਸਾਈਡ ਨਹੀਂ ਰਿਕਾਰਡ ਹੋਏਗੀ ਤੇ ਆਹ ਸਾਈਡ ਨਹੀਂ ਰਿਕਾਰਡ ਹੋਏਗੀ, ਬਟ ਇੱਧਰਲੀ ਜਗ੍ਹਾ ਪਲੱਸ ਇੱਧਰਲੀ ਜਗ੍ਹਾ ਇਹ ਸਾਰੀ ਰਿਕਾਰਡ ਹੋਏਗੀ. This is figure of 8. Second shape ਜਿਹੜੀ ਆਪਣੀ ਆਂਦੀ ਆ, that is, let's see what the second shape is. ਆ ਦਿਲ ਜਿਹਾ ਲੱਗ ਰਿਹਾ, ਇੱਥੇ ਦਿਲ ਬਣਿਆ ਹੋਇਆ ਛੋਟਾ ਜਿਹਾ ਇੱਕ, ਇਹ ਹੁੰਦੀ ਹੈ ਕਾਰਡੀਓਇਡ ਜਾਂ ਫਿਰ ਸ਼ੇਪ ਆਫ ਹਾਰਟ. ਦਿਲ ਵਾਂਗੂ ਸ਼ੇਪ ਆ, ਸੋ ਇਹਨੂੰ ਆਪਾਂ ਕਹਿ ਦਿੰਦੇ ਆ ਕਾਰਡੀਓਇਡ. ਇਹਦਾ ਮਤਲਬ ਕੀ ਆ ਕਿ ਜੇ ਇੱਥੇ ਮੈਂ ਰਿਕਾਰਡ ਕਰ ਰਿਹਾ ਤਾਂ ਇਹ ਰਿਕਾਰਡ ਕਰੇਗਾ ਇੰਨੀ ਕੁ ਜਗ੍ਹਾ ਤੋਂ ਸ਼ੁਰੂ ਹੋ ਕੇ ਐ ਐਕਸਪੈਂਡ ਕਰੇਗਾ. ਸੋ ਮਤਲਬ ਆਹ ਜਗ੍ਹਾ ਪਲੱਸ ਸੈਂਟਰ ਦੇ ਵਿੱਚੋਂ ਸ਼ੁਰੂ ਹੋ ਕੇ ਆਹ ਜਗ੍ਹਾ, ਯਾਨੀ ਬੈਕ ਵਾਲਾ ਪਾਰਟ ਨਹੀਂ ਰਿਕਾਰਡ ਕਰੇਗਾ. ਦਿਸ ਓਵਰ ਹੇਅਰ ਇਜ਼ ਹਾਈਪਰ ਕਾਰਡੀਓਇਡ. ਹਾਈਪਰ ਕਾਰਡੀਓਇਡ ਦਾ ਮਤਲਬ ਇਹ ਆ ਕਿ ਇੱਥੇ ਜੇ ਮੇਰਾ ਮਾਈਕਰੋਫੋਨ ਲੱਗਿਆ ਹੋਇਆ ਤਾਂ ਇੰਨੀ ਕੁ ਜਗ੍ਹਾ ਵੀ ਕਰੇਗਾ ਪਲੱਸ ਬੈਕ ਦੀ ਵੀ ਕਰੇਗਾ. ਐਂਡ ਸਿਮਿਲਰਲੀ ਯੂ ਹੈਵ ਗੋਟ ਅ ਸ਼ਾਟਗਨ ਮਾਈਕਰੋਫੋਨ. ਸ਼ਾਟਗਨ ਮਾਈਕਰੋਫੋਨ ਜਿਹੜੇ ਆਪਾਂ ਕੈਮਰਾ ਲਈ ਯੂਜ਼ ਕਰਦੇ ਹਾਂ ਆਪਾਂ, ਉਹਦੇ ਲਈ ਇਹ ਚੀਜ਼. ਸੋ ਥੀਸ ਆਰ ਦ ਡਿਫਰੈਂਟ ਪੋਲਰ ਪੈਟਰਨਸ ਬੇਸਿਕਲੀ. ਸੋ ਜਦੋਂ ਸਿੰਗਲ ਬੰਦੇ ਨੇ ਰਿਕਾਰਡ ਕਰਨਾ ਹੁੰਦਾ ਕੁਝ ਵੀ, ਉਹਦੇ ਲਈ ਆਪਾਂ ਹਮੇਸ਼ਾ ਕਾਰਡੀਓਇਡ ਹੀ ਯੂਜ਼ ਕਰਦੇ ਹਾਂ. ਸੋ ਹਾਲੇ ਵੀ ਯੂ ਕੈਨ ਸੀ ਇਹਦੇ ਵਿੱਚ ਕਾਰਡੀਓਇਡ ਹੀ ਯੂਜ਼ ਹੋਇਆ ਹੋਇਆ. ਓਕੇ, ਇਟ ਇਜ਼ ਵਿਜ਼ੀਬਲ ਟੂ ਯੂ. ਸੈਂਟਰ 'ਚ ਨਾ ਹਲਕਾ ਜਿਹਾ ਬੰਪ ਪਿਆ ਹੋਇਆ, ਹਲਕਾ ਜਿਹਾ ਬੰਪ ਇੱਥੇ ਹੈ ਨਾ. ਸੋ this is cardioid. This is right now this is on cardioid. 99% of the recordings ਜਿਹੜੀਆਂ ਮੈਂ ਕੀਤੀਆਂ ਕਾਰਡੀਓਇਡ ਦੇ ਵਿੱਚ ਹੀ ਕੀਤੀਆਂ. ਓਕੇ. ਜਿਹੜੇ ਮੋਸਟਲੀ ਮਾਈਕਰੋਫੋਨਸ ਆਉਂਦੇ ਉਹਦੇ ਵਿੱਚ ਕਈਆਂ ਤੁਹਾਨੂੰ ਮਿਲੇਗੀ ਆਪਸ਼ਨ ਪੋਲਰ ਪੈਟਰਨ ਦੀ, ਕਈਆਂ ਤੁਹਾਨੂੰ ਤੁਹਾਡੇ ਕੋਲ ਨਹੀਂ ਮਿਲੇਗੀ. ਸੋ ਇਹ ਚੀਜ਼ ਹੈ. ਸੋ ਦਿਸ ਇਜ਼ ਬੇਸਿਕਲੀ this is a second factor ਕਿ ਤੁਹਾਨੂੰ ਚਾਹੀਦੇ ਕਦੇ ਵਾਸਤੇ ਆ. ਥਰਡ ਇਜ਼ ਆਬਵੀਅਸਲੀ ਸਭ ਤੋਂ ਮੇਨ ਚੀਜ਼ ਤੁਹਾਡਾ ਬਜਟ ਕਿੰਨਾ. ਸੋ ਜੇ ਤੁਹਾਡਾ ਬਜਟ ਹੈਗਾ ਅਰਾਊਂਡ 10,000 rupees, I would recommend 80-20-20. ਬਹੁਤ ਸੇ ਮਾਈਕਰੋਫੋਨ ਆ ਉਸ ਬਜਟ ਦੇ ਵਿੱਚ. ਜੇ ਤੁਹਾਡਾ ਬਜਟ ਹੈਗਾ ਅਪ ਟੂ 40,000, I would say ਆ ਬੜਾ Essence Spirit, ਬਹੁਤ ਜ਼ਿਆਦਾ ਘੈਂਟ ਮਾਈਕਰੋਫੋਨ ਆ ਇਹ. ਤੇ this was in fact India's one of the first microphones ਜਿਹੜਾ ਇੰਡੀਆ ਦੇ ਵਿੱਚ ਉਹਨਾਂ ਨੇ ਸ਼ਿਪ ਕੀਤਾ, Essence ਦਾ. ਤੇ ਉਹਨਾਂ ਨੇ ਸਪੈਸ਼ਲੀ ਮੇਰੀ ਪੋਸਟ ਪਾਈ ਸੀ ਆਪਣੇ ਫੇਸਬੁੱਕ ਪੇਜ ਦੇ ਵਿੱਚ ਕਿ ਸਾਡਾ ਮਾਈਕਰੋਫੋਨ ਪਹੁੰਚ ਗਿਆ ਇੰਡੀਆ. ਸੋ ਦਿਸ ਇਜ਼ ਐਕਚੁਅਲੀ ਵੈਰੀ ਵੈਰੀ ਗੁੱਡ ਮਾਈਕਰੋਫੋਨ. ਉਸ ਰੇਂਜ ਦੇ ਵਿੱਚ 40 ਤੋਂ ਉੱਪਰ ਹੈਗਾ ਜੀ, 40 ਤੋਂ ਲੈ ਕੇ 70-80 ਤੱਕ.
ਉਹਦੇ ਵਿੱਚ 3 ਮਾਈਕਰੋਫੋਨ ਆ ਜਾਂਦੇ ਆ, 3 ਤੋਂ 4 ਮਾਈਕਰੋਫੋਨਸ ਉਸ ਰੇਂਜ ਦੇ ਵਿੱਚ ਆਉਂਦੇ ਆ। ਇੱਕ ਹੈਗਾ ਤੁਹਾਡਾ AKG C414, ਦੂਜੀ ਆਪਸ਼ਨ ਆਉਂਦੀ ਆ ਨਿਊਮਨ TLM 102 ਤੇ ਤੀਜੀ ਆਪਸ਼ਨ ਤੁਹਾਡੀ ਆਉਂਦੀ ਆ ਨਿਊਮਨ TLM 103। ਜੇ 80-90 ਤੱਕ ਤੁਹਾਡਾ ਬਜਟ ਹੈਗਾ, ਅਰਾਊਂਡ 85-86 ਆ ਮੇਰੇ ਖਿਆਲ ਤੋਂ 103 ਆ ਜਾਂਦਾ। ਜੇ 2 ਲੱਖ ਤੋਂ ਉੱਪਰ ਬਜਟ ਹੈਗਾ then in that case I would recommend Newman UAT7 ਜਾਂ ਫਿਰ Manley ਦਾ ਟਿਊਬ ਮਾਈਕਰੋਫੋਨ।